ਬਾਪ ਅਤੇ ਬੇਟੇ ਅਤੇ ਰੂਹ ਪਾਕ ਦੇ ਨਾਮ ਉੱਤੇ ਆਮੀਨ। ਮਸੀਹ ਵਿੱਚ ਪਿਆਰੇ ਭਰਾਓ ਤੇ ਭੈਣੋ, ਅੱਜ ਰੋਜ਼ਿਆਂ ਦਾ ਤੀਸਰਾ ਐਤਵਾਰ ਹੈ ਤੇ ਅੱਜ ਸਾਨੂੰ ਪਾਕ ਕਲਾਮ ਦੇ ਵਿੱਚੋਂ 3 ਪਾਠ ਪਾਕਮਾ ਕਲੀਸਿਆ ਦਿੰਦੀ ਹੈ ਕਿ ਅਸੀਂ ਇਹਨਾਂ 3 ਪਾਠਾਂ ਨੂੰ ਸੁਣ ਕੇ ਇਹਨਾਂ ਪਾਠਾਂ ਅਨੁਸਾਰ ਆਪਣਾ ਜੀਵਨ ਗੁਜ਼ਾਰੀਏ। ਅੱਜ ਦਾ ਪਹਿਲਾ ਪਾਠ ਕੂਚ ਦੇ ਗ੍ਰੰਥ ਦੇ ਵਿੱਚੋਂ ਅਸੀਂ ਸੁਣਾਂਗੇ, ਤੀਸਰਾ ਅਧਿਆਇ 1 ਤੋਂ ਲੈ ਕੇ ਉਸ ਦੀ 8 ਤੱਕ 13 ਤੋਂ 15। ਅੱਜ ਦਾ ਦੂਜਾ ਪਾਠ ਸੰਤ ਪੌਲਸ ਦਾ ਕੁਰਿੰਥੀਅਸ ਦੀ ਵਿਸ਼ਵਾਸ ਸੰਗਤ ਨੂੰ ਖਤ, ਉਸ ਦਾ 10ਵਾਂ ਅਧਿਆਇ 1 ਤੋਂ 6 ਅਤੇ 10 ਤੋਂ ਲੈ ਕੇ 12 ਤੱਕ। ਅੱਜ ਦੀ ਅੰਜੀਲ ਲੂਕਾ ਦੀ ਅੰਜੀਲ, ਉਸ ਦਾ 13ਵਾਂ ਅਧਿਆਇ 1 ਤੋਂ 9 ਐਤ। ਆਓ ਅਸੀਂ ਪੂਰੇ ਅਦਬ ਦੇ ਨਾਲ ਇਹਨਾਂ ਪਾਠਾਂ ਨੂੰ ਸੁਣੀਏ ਅਤੇ ਉਹਦੇ ਬਾਅਦ ਅਸੀਂ ਇਹਨਾਂ ਪਾਠਾਂ ਦੇ ਉੱਤੇ ਮਨਨ ਕਰਾਂਗੇ, ਸਿੱਖਿਆ ਹਾਸਲ ਕਰਾਂਗੇ। ਪਾਠ ਪਹਿਲਾ ਕੂਚ ਦਾ ਗ੍ਰੰਥ, ਉਸ ਦਾ 3 ਬਾਬ 1 ਤੋਂ 8 13 ਤੋਂ 15 ਐਤ ਤੱਕ। ਮੂਸਾ ਆਪਣੇ ਸਹੁਰੇ ਯਿਥਰੋ, ਜੋ ਇੱਕ ਮਿਦਿਆਨੀ ਪੁਜਾਰੀ ਸੀ, ਦੀਆਂ ਭੇਡਾਂ ਚਾਰਿਆ ਕਰਦਾ ਸੀ। ਇੱਕ ਦਿਨ ਉਸ ਨੇ ਭੇਡਾਂ ਨੂੰ ਉਜਾੜ ਦੇ ਪੂਰਬੀ ਪਾਸੇ ਵੱਲ ਹੱਕ ਦਿੱਤਾ ਅਤੇ ਉਹ ਆਪ ਪਰਮੇਸ਼ਵਰ ਦੇ ਪਹਾੜ ਹੋਰੇਬ ਵੱਲ ਨਿਕਲ ਗਿਆ। ਉੱਥੇ ਪ੍ਰਭੂ ਦੇ ਇੱਕ ਸਵਰਗਦੂਤ ਨੇ ਉਸ ਨੂੰ ਇੱਕ ਬਲਦੀ ਝਾੜੀ ਵਿੱਚ ਦੀ ਹੋ ਕੇ ਦਰਸ਼ਨ ਦਿੱਤਾ। ਉਸ ਝਾੜੀ ਵਿੱਚੋਂ ਅੱਗ ਦੀਆਂ ਲਾਟਾਂ ਉੱਠ ਰਹੀਆਂ ਸਨ, ਪਰ ਉਹ ਭਸਮ ਨਹੀਂ ਹੋ ਰਹੀ ਸੀ। ਮੂਸਾ ਇਹ ਦੇਖ ਕੇ ਹੈਰਾਨ ਰਹਿ ਗਿਆ ਅਤੇ ਆਪਣੇ ਆਪ ਨੂੰ ਬੋਲਿਆ, ਮੈਂ ਅੱਗੇ ਜਾ ਕੇ ਦੇਖਦਾ ਹਾਂ, ਇਹ ਝਾੜੀ ਬਲ ਤਾਂ ਰਹੀ ਹੈ, ਪਰ ਭਸਮ ਕਿਉਂ ਨਹੀਂ ਹੋ ਰਹੀ। ਜਦੋਂ ਪ੍ਰਭੂ ਨੇ ਦੇਖਿਆ ਕਿ ਮੂਸਾ ਅੱਗੇ ਦੇਖਣ ਲਈ ਆ ਰਿਹਾ ਹੈ ਤਾਂ ਉਸ ਨੇ ਕਿਹਾ, ਮੂਸਾ, ਮੂਸਾ। ਉਸਨੇ ਉੱਤਰ ਦਿੱਤਾ, ਮੈਂ ਹਾਜ਼ਰ ਹਾਂ। ਪਰਮੇਸ਼ਵਰ ਨੇ ਕਿਹਾ, ਤੂੰ ਹੋਰ ਨੇੜੇ ਆ, ਤੂੰ ਆਪਣੀ ਜੁੱਤੀ ਪੈਰੋਂ ਲਾ ਲੈ, ਕਿਉਂਕਿ ਜਿੱਥੇ ਤੂੰ ਖੜਾ ਹੈ ਇਹ ਪਵਿੱਤਰ ਧਰਤੀ ਹੈ। ਮੈਂ ਤੇਰੇ ਪੁਰਖਿਆਂ ਅਬਰਾਹਮ, ਇਸਹਾਕ ਅਤੇ ਯਾਕੂਬ ਦਾ ਪਰਮੇਸ਼ਵਰ ਹਾਂ। ਮੂਸਾ ਨੇ ਆਪਣਾ ਮੂੰਹ ਕੱਪੜੇ ਨਾਲ ਢੱਕ ਲਿਆ, ਕਿਉਂਕਿ ਉਹ ਪਰਮੇਸ਼ਵਰ ਵੱਲ ਦੇਖਣ ਤੋਂ ਡਰਦਾ ਸੀ। ਪ੍ਰਭੂ ਨੇ ਮੂਸਾ ਨੂੰ ਕਿਹਾ, ਮੈਂ ਆਪਣੇ ਲੋਕਾਂ ਜੋ ਮਿਸਰ ਵਿੱਚ ਹਨ ਦੇ ਦੁੱਖਾਂ ਤੇ ਪੀੜਾਂ ਨੂੰ ਦੇਖਿਆ ਹੈ, ਜੋ ਉਹਨਾਂ ਤੋਂ ਕੰਮ ਲੈਣ ਵਾਲਿਆਂ ਤੋਂ ਉਹਨਾਂ ਨੂੰ ਮਿਲ ਰਹੀਆਂ ਹਨ। ਮੈਂ ਉਹਨਾਂ ਦੇ ਸਭ ਦੁੱਖਾਂ ਨੂੰ ਅਨੁਭਵ ਕੀਤਾ ਹੈ। ਮੈਂ ਉਹਨਾਂ ਨੂੰ ਮਿਸਰੀਆਂ ਦੇ ਹੱਥੋਂ ਛੁਟਕਾਰਾ ਦੇਣ ਲਈ ਹੇਠ ਉਤਰ ਆਇਆ ਹਾਂ। ਮੈਂ ਉਹਨਾਂ ਨੂੰ ਮਿਸਰ ਵਿੱਚੋਂ ਕੱਢ ਕੇ ਚੰਗੀ ਤੇ ਖੁੱਲ੍ਹੀ ਧਰਤੀ 'ਤੇ, ਜੋ ਸਮੁੰਦਰ ਅਤੇ ਉਪਜਾਊ ਹੈ, ਲੈ ਜਾਵਾਂਗਾ। ਮੈਂ ਉਹਨਾਂ ਨੂੰ ਕਨਾਨੀਆਂ, ਹਿੱਤੀਆਂ, ਅਮੋਰੀਆਂ, ਫਰੀਜ਼ੀਆਂ, ਹੀਵੀਆਂ ਅਤੇ ਜਬੂਸੀਆਂ ਦੀ ਧਰਤੀ ਦੇਵਾਂਗਾ। ਮੂਸਾ ਨੇ ਪਰਮੇਸ਼ਵਰ ਨੂੰ ਕਿਹਾ, ਜਦੋਂ ਮੈਂ ਇਸਰਾਏਲੀ ਲੋਕਾਂ ਕੋਲ ਜਾਵਾਂਗਾ ਅਤੇ ਉਹਨਾਂ ਨੂੰ ਆਖਾਂਗਾ, ਮੈਨੂੰ ਤੁਹਾਡੇ ਪੁਰਖਿਆਂ ਦੇ ਪਰਮੇਸ਼ਵਰ ਨੇ ਘੱਲਿਆ ਹੈ, ਤਾਂ ਉਹ ਮੈਨੂੰ ਪੁੱਛਣਗੇ, ਉਸ ਦਾ ਨਾਂ ਕੀ ਹੈ? ਮੈਂ ਇਸ ਦਾ ਕੀ ਉੱਤਰ ਦੇਵਾਂਗਾ? ਪਰਮੇਸ਼ਵਰ ਨੇ ਕਿਹਾ, ਮੈਂ ਹਾਂ ਜੋ ਮੈਂ ਹਾਂ। ਸੋ ਤੂੰ ਉਹਨਾਂ ਨੂੰ ਕਹੀਂ, ਮੈਂ ਹਾਂ ਨੇ ਤੈਨੂੰ ਘੱਲਿਆ ਹੈ। ਤੂੰ ਉਹਨਾਂ ਨੂੰ ਕਹੀਂ ਕਿ ਮੈਂ ਪ੍ਰਭੂ ਅਰਥਾਤ ਉਹਨਾਂ ਦੇ ਪੁਰਖਿਆਂ ਅਬਰਾਹਮ, ਇਸਹਾਕ ਅਤੇ ਯਾਕੂਬ ਦੇ ਪਰਮੇਸ਼ਵਰ ਨੇ ਤੈਨੂੰ ਘੱਲਿਆ ਹੈ। ਮੇਰਾ ਨਾਂ ਇਹ ਹੀ ਅਨੰਤ ਕਾਲ ਤੱਕ ਰਹੇਗਾ ਅਤੇ ਆਉਣ ਵਾਲੀਆਂ ਪੀੜ੍ਹੀਆਂ ਇਸੇ ਨਾਂ ਨਾਲ ਮੈਨੂੰ ਪੁਕਾਰਨਗੀਆਂ। ਇਹ ਪ੍ਰਭੂ ਦੀ ਬਾਣੀ ਹੈ। ਖੁਦਾ ਦਾ ਸ਼ੁਕਰ ਹੋਵੇ। ਪਾਠ ਦੂਸਰਾ।
ਕੁਰਿੰਥੀਆਂ ਦੇ ਨਾਮ ਸੰਤ ਪੌਲੁਸ ਦਾ ਪਹਿਲਾ ਪੱਤਰ, ਉਸ ਦਾ 10 ਬਾਬ 1 ਤੋਂ 6, 10 ਤੋਂ 12 ਆਇਤ ਤੱਕ। ਭਰਾਓ, ਮੈਂ ਤੁਹਾਨੂੰ ਇਸ ਗੱਲ ਤੋਂ ਜਾਣੂ ਕਰਵਾਉਣਾ ਚਾਹੁੰਦਾ ਹਾਂ ਕਿ ਸਾਡੇ ਸਭ ਪਿਓ ਦਾਦੇ ਬੱਦਲ ਦੀ ਛਾਂ ਹੇਠ ਚੱਲੇ ਸਨ ਅਤੇ ਸਭ ਸਮੁੰਦਰ ਵਿੱਚ ਹੀ ਪਾਰ ਲੰਘੇ ਅਤੇ ਸਾਰਿਆਂ ਨੇ ਬੱਦਲ ਅਤੇ ਸਮੁੰਦਰ ਵਿੱਚ ਮੂਸਾ ਦਾ ਬਪਤਿਸਮਾ ਲਿਆ ਅਤੇ ਸਾਰਿਆਂ ਨੇ ਇੱਕ ਹੀ ਰੂਹਾਨੀ ਭੋਜਨ ਖਾਧਾ ਅਤੇ ਸਾਰਿਆਂ ਨੇ ਇੱਕ ਹੀ ਰੂਹਾਨੀ ਪਾਣੀ ਪੀਤਾ, ਕਿਉਂਕਿ ਉਹਨਾਂ ਨੇ ਉਸ ਰੂਹਾਨੀ ਚੱਟਾਨ ਤੋਂ ਪੀਤਾ ਜੋ ਉਹਨਾਂ ਨੇ ਪਿੱਛੇ ਪਿੱਛੇ ਚੱਲਦੀ ਸੀ ਅਤੇ ਉਹ ਚੱਟਾਨ ਮਸੀਹ ਸੀ। ਪਰ ਫਿਰ ਵੀ ਉਹਨਾਂ ਵਿੱਚੋਂ ਬਹੁਤਿਆਂ 'ਤੇ ਖੁਦਾ ਖੁਸ਼ ਨਹੀਂ ਸੀ, ਇਸ ਲਈ ਉਹ ਜਾੜ ਵਿੱਚ ਹੀ ਢਹਿ ਢੇਰੀ ਕਰ ਦਿੱਤੇ ਗਏ। ਹੁਣ ਇਹ ਘਟਨਾਵਾਂ ਵਾਪਰੀਆਂ ਪਈ ਸਾਡੇ ਲਈ ਨਮੂਨਾ ਹੋਣ, ਤਾਂ ਜੋ ਅਸੀਂ ਬੁਰਾਈ ਦੀ ਖਾਹਿਸ਼ ਨਾ ਕਰੀਏ ਜਿਵੇਂ ਕਿ ਉਹਨਾਂ ਨੇ ਕੀਤੀ। ਨਾ ਹੀ ਤੁਸੀਂ ਬੁੜਬੁੜਾਓ ਜਿਸ ਤਰ੍ਹਾਂ ਉਹਨਾਂ ਵਿੱਚੋਂ ਕੁਝ ਲੋਕਾਂ ਨੇ ਕੀਤਾ ਅਤੇ ਵਿਨਾਸ਼ ਕਰਨ ਵਾਲੇ ਫਰਿਸ਼ਤੇ ਨੇ ਉਹਨਾਂ ਦਾ ਨਾਸ਼ ਕਰ ਦਿੱਤਾ। ਇਹ ਸਭ ਘਟਨਾਵਾਂ ਉਹਨਾਂ ਨਾਲ ਵਾਪਰੀਆਂ ਤਾਂ ਜੋ ਸਾਡੇ ਲਈ ਇੱਕ ਚੇਤਾਵਨੀ ਦਾ ਕੰਮ ਕਰਨ, ਪਰ ਉਹ ਸਾਡੀ ਸਿੱਖਿਆ ਲਈ ਲਿਖੀਆਂ ਗਈਆਂ ਸਨ, ਜਿਨ੍ਹਾਂ ਲਈ ਯੁਗਾਂ ਦਾ ਅੰਤ ਆ ਪੁੱਜਾ ਹੈ। ਇਸ ਲਈ ਜੋ ਆਪਣੇ ਆਪ ਨੂੰ ਖੜਾ ਸਮਝਦਾ ਹੈ ਉਹ ਸਾਵਧਾਨ ਰਹੇ ਕਿ ਕਿਤੇ ਉਹ ਡਿੱਗ ਨਾ ਪਵੇ। ਇਹ ਪ੍ਰਭੂ ਦੀ ਬਾਣੀ ਹੈ। ਖੁਦਾ ਦਾ ਸ਼ੁਕਰ ਹੋਵੇ। ਪ੍ਰਭੂ ਤੁਹਾਡੇ ਨਾਲ ਹੋਵੇ ਅਤੇ ਤੁਹਾਡੀ ਰੂਹ ਨਾਲ ਵੀ ਹੋਵੇ। ਪਾਠ ਪਵਿੱਤਰ ਅੰਜੀਲ ਲੂਕਾ ਦੇ ਅਨੁਸਾਰ। ਤੇਰੀ ਵਡਿਆਈ ਹੋਵੇ ਐ ਪ੍ਰਭੂ। ਠੀਕ ਉਸ ਵੇਲੇ ਕੁਝ ਲੋਕ ਉੱਥੇ ਹਾਜ਼ਰ ਸਨ ਜਿਨ੍ਹਾਂ ਨੇ ਯਿਸੂ ਨੂੰ ਉਹਨਾਂ ਗਲੀਲੀਆਂ ਬਾਰੇ ਦੱਸਿਆ ਜਿਨ੍ਹਾਂ ਦਾ ਲਹੂ ਪਿਲਾਤੂਸ ਨੇ ਉਹਨਾਂ ਦੀਆਂ ਬਲੀਆਂ ਨਾਲ ਰਲਾ ਦਿੱਤਾ ਸੀ। ਉਸਨੇ ਉਹਨਾਂ ਨੂੰ ਉੱਤਰ ਦਿੱਤਾ ਕਿ ਤੁਸੀਂ ਸੋਚਦੇ ਹੋ ਕਿ ਇਹ ਗਲੀਲੀ ਦੂਜੇ ਸਾਰੇ ਗਲੀਲੀਆਂ ਨਾਲੋਂ ਵੱਧ ਪਾਪੀ ਸਨ ਜੋ ਉਹਨਾਂ ਨੂੰ ਇਸ ਤਰ੍ਹਾਂ ਸਹਿਣਾ ਪਿਆ? ਮੈਂ ਕਹਿੰਦਾ ਹਾਂ, ਨਹੀਂ। ਪਰ ਜੇਕਰ ਤੁਸੀਂ ਪਛਤਾਵਾ ਨਹੀਂ ਕਰੋਗੇ ਤਾਂ ਤੁਸੀਂ ਸਾਰੇ ਦੇ ਸਾਰੇ ਉਹਨਾਂ ਵਾਂਗ ਤਬਾਹ ਹੋ ਜਾਓਗੇ। ਜਾਂ ਸਲੇਆਮ ਦਾ ਮੀਨਾਰ ਡਿੱਗਣ ਨਾਲ ਜੋ 18 ਲੋਕ ਮਾਰੇ ਗਏ ਸਨ, ਕੀ ਤੁਸੀਂ ਸੋਚਦੇ ਹੋ ਕਿ ਉਹ ਯਰੂਸ਼ਲਮ ਦੇ ਬਾਕੀ ਸਾਰੇ ਨਿਵਾਸੀਆਂ ਨਾਲੋਂ ਵੱਧ ਅਪਰਾਧੀ ਸਨ? ਮੈਂ ਕਹਿੰਦਾ ਹਾਂ, ਨਹੀਂ। ਪਰ ਜੇਕਰ ਤੁਸੀਂ ਪਛਤਾਵਾ ਨਹੀਂ ਕਰੋਗੇ ਤਾਂ ਤੁਸੀਂ ਵੀ ਸਾਰੇ ਉਹਨਾਂ ਦੇ ਵਾਂਗ ਤਬਾਹ ਹੋ ਜਾਓਗੇ। ਫਿਰ ਉਸਨੇ ਉਹਨਾਂ ਨੂੰ ਇਹ ਤਮਸੀਲ ਸੁਣਾਈ। ਇੱਕ ਆਦਮੀ ਨੇ ਆਪਣੇ ਅੰਗੂਰੀ ਬਾਗ ਵਿੱਚ ਅੰਜੀਰ ਦਾ ਇੱਕ ਰੁੱਖ ਲਾਇਆ ਹੋਇਆ ਸੀ। ਉਹ ਉਸ ਤੋਂ ਫਲ ਭਾਲਣ ਲਈ ਆਇਆ ਅਤੇ ਉਸ ਨੂੰ ਇੱਕ ਵੀ ਨਾ ਮਿਲਿਆ। ਉਸਨੇ ਬਾਗ ਦੇ ਮਾਲੀ ਨੂੰ ਕਿਹਾ, ਵੇਖੋ, 3 ਸਾਲਾਂ ਤੋਂ ਮੈਂ ਅੰਜੀਰ ਦੇ ਇਸ ਰੁੱਖ ਤੋਂ ਫਲ ਭਾਲਦਾ ਆਇਆ ਹਾਂ, ਪਰ ਮੈਨੂੰ ਇੱਕ ਵੀ ਨਹੀਂ ਮਿਲਿਆ। ਇਸ ਨੂੰ ਵੱਢ ਸੁੱਟ। ਇਹ ਕਿਉਂ ਜ਼ਮੀਨ ਨੂੰ ਰੋਕੀ ਰੱਖੇ? ਉਸਨੇ ਉੱਤਰ ਦਿੱਤਾ, ਮਾਲਕ, ਇਸ ਸਾਲ ਵੀ ਇਸ ਨੂੰ ਰਹਿਣ ਦਿਓ। ਜਦ ਮੈਂ ਇਸ ਦੇ ਚੁਫੇਰੇ ਖਾਈ ਪੁੱਟ ਕੇ ਖਾਦ ਪਾਵਾਂਗਾ, ਜੇਕਰ ਇਹ ਅਗਲੇ ਸਾਲ ਫਲ ਦੇ ਦੇਵੇ ਤਾਂ ਵਾਹ ਭਲੀ, ਨਹੀਂ ਤਾਂ ਤੁਸੀਂ ਇਹਨੂੰ ਵੱਢ ਦੇਣਾ। ਪ੍ਰਭੂ ਦੀ ਅੰਜੀਲ। ਤੇਰੀ ਮਹਿਮਾ ਹੋਵੇ ਐ ਮਸੀਹਾ। ਮਸੀਹ ਵਿੱਚ ਪਿਆਰੇ ਭਰਾਓ ਤੇ ਭੈਣੋ, ਆਓ ਹੁਣ ਅਸੀਂ ਮਿਲ ਕੇ ਇਹਨਾਂ ਪਾਠਾਂ ਦੇ ਉੱਤੇ ਧਿਆਨ ਕਰੀਏ। ਅੱਜ ਸਭ ਤੋਂ ਪਹਿਲਾਂ ਅਸੀਂ ਅੱਜ ਦੇ ਦੂਜੇ ਪਾਠ ਵੱਲ ਧਿਆਨ ਕਰੀਏ। ਅਸੀਂ ਦੂਜਾ ਪਾਠ ਧਿਆਨ ਨਾਲ ਸੁਣਿਆ ਹੈ। ਸੰਤ ਪੌਲੁਸ
ਕੁਰਿੰਥੀਅਸ ਦੀ ਵਿਸ਼ਵਾਸ ਸੰਗਤ ਨੂੰ ਖਤ ਉਸ ਦੇ 10ਵੇਂ ਅਧਿਆਇ ਦੇ ਵਿੱਚੋਂ ਸਾਨੂੰ ਕੁਝ ਗੱਲਾਂ ਸਮਝਾਉਣੀਆਂ ਚਾਹੁੰਦਾ ਹੈ। ਉਹ ਕਹਿੰਦਾ ਹੈ ਕਿ ਸਾਡੇ ਪਿਓ ਦਾਦੇ ਬੱਦਲ ਦੀ ਛਾਂ ਹੇਠ ਚੱਲੇ ਸਨ ਅਤੇ ਸਭ ਸਮੁੰਦਰ ਵਿੱਚ ਦੀ ਪਾਰ ਲੰਘੇ ਅਤੇ ਉਹਨਾਂ ਸਾਰਿਆਂ ਨੇ ਬੱਦਲ ਅਤੇ ਸਮੁੰਦਰ ਵਿੱਚ ਮੂਸਾ ਦਾ ਬਪਤਿਸਮਾ ਲਿਆ। ਇੱਥੇ ਗੱਲ ਹੋ ਰਹੀ ਹੈ ਖੁਦਾ ਦੇ ਇਸਰਾਇਲੀ ਲੋਕਾਂ ਨਾਲ ਪਿਆਰ ਦੇ ਬਾਰੇ। ਖੁਦਾ ਨੇ ਆਪਣੇ ਚੁਣੇ ਹੋਏ ਲੋਕਾਂ ਨੂੰ ਬਹੁਤ ਪਿਆਰ ਕੀਤਾ, ਇਸਰਾਇਲੀ ਕੌਮ ਨੂੰ ਪਿਆਰ ਕੀਤਾ। ਉਹਨਾਂ ਨੂੰ ਸਾਗਰ ਨੰਗੇ ਪੈਰੀਂ ਪਾਰ ਕਰਵਾਇਆ। ਅਸੀਂ ਸਾਰੇ ਜਾਣਦੇ ਹਾਂ ਕਿ ਕਿਸ ਤਰ੍ਹਾਂ ਉਹਨਾਂ ਨੇ ਸਾਗਰ ਪਾਰ ਕੀਤਾ ਸੀ। ਵਿਚਲਾ ਹਿੱਸਾ ਸੁੱਕ ਗਿਆ ਸੀ, ਨੰਗੇ ਪੈਰੀ ਉਹਨਾਂ ਨੇ ਸਾਗਰ ਪਾਰ ਕੀਤਾ ਸੀ। ਐਡਾ ਵੱਡਾ ਚਮਤਕਾਰ ਇਸਰਾਇਲੀ ਲੋਕਾਂ ਨੇ ਵੇਖਿਆ ਸੀ। ਪਰ ਅੱਗੇ ਅਸੀਂ ਪੜ੍ਹਦੇ ਹਾਂ ਕਿ ਇਹੋ ਹੀ ਇਸਰਾਇਲੀ ਲੋਕ ਪ੍ਰਭੂ ਦੇ ਉੱਤੇ ਬੁੜਬੁੜਾਉਂਦੇ ਹਨ, ਮੂਸਾ ਦੇ ਖਿਲਾਫ ਬੁੜਬੁੜਾਉਂਦੇ ਹਨ ਅਤੇ ਪ੍ਰਭੂ ਨੇ ਫਿਰ ਉਹਨਾਂ ਨੂੰ ਸਹੀ ਰਸਤਾ ਦਿਖਾਉਣ ਦੇ ਲਈ ਉਹਨਾਂ ਨੂੰ ਸਜ਼ਾ ਵੀ ਦਿੱਤੀ। ਤੇ ਸੰਤ ਪੌਲਸ ਕਹਿੰਦਾ ਹੈ ਕਿ ਇਹ ਘਟਨਾਵਾਂ ਇਸ ਲਈ ਵਾਪਰੀਆਂ ਭਈ ਸਾਡੇ ਲਈ ਨਮੂਨਾ ਹੋਣ, ਤਾਂ ਜੋ ਅਸੀਂ ਬੁਰਾਈ ਦੀ ਖੁਆਇਸ਼ ਨਾ ਕਰੀਏ ਜਿਵੇਂ ਉਹਨਾਂ ਨੇ ਕੀਤੀ ਸੀ। ਅਸੀਂ ਬੁਰਾਈ ਨਾ ਕਰੀਏ, ਅਸੀਂ ਸਿਰਫ ਭਰੋਸਾ ਖੁਦਾ ਦੇ ਉੱਤੇ ਰੱਖਣਾ ਹੈ, ਬੁਰਾਈ ਦੀ ਖੁਆਇਸ਼ ਨਹੀਂ ਕਰਨੀ ਹੈ। ਸਾਡੀ ਜ਼ਿੰਦਗੀ ਵਿੱਚ ਵੀ ਪ੍ਰਭੂ ਬਹੁਤ ਵੱਡੇ ਵੱਡੇ ਚਮਤਕਾਰ ਕਰਦਾ ਹੈ। ਹਰ ਰੋਜ਼ ਸਾਡਾ ਜੀਵਨ ਇੱਕ ਚਮਤਕਾਰ ਹੈ। ਸਵੇਰੇ ਅਸੀਂ ਉੱਠਦੇ ਹਾਂ, ਅਸੀਂ ਸਾਹ ਲੈਂਦੇ ਹਾਂ, ਅਸੀਂ ਤੁਰਦੇ ਫਿਰਦੇ ਹਾਂ, ਇਹ ਸਭ ਤੋਂ ਵੱਡਾ ਚਮਤਕਾਰ ਹੈ। ਇਸ ਕਰਕੇ ਅਸੀਂ ਕਦੇ ਵੀ ਖੁਦਾ ਦੇ ਖਿਲਾਫ ਬੁੜਬੁੜਾਉਣਾ ਨਹੀਂ ਹੈ। ਅਸੀਂ ਗਿਣਤੀ ਦੀ ਪੁਸਤਕ ਉਸ ਦਾ 14 ਅਧਿਆਇ 2 ਐਤ ਤੋਂ ਅਸੀਂ ਪੜ੍ਹਦੇ ਹਾਂ ਕਿ ਇਸਰਾਇਲੀ ਲੋਕ ਮੂਸਾ ਦੇ ਵਿਰੁੱਧ ਬੁੜਬੁੜਾਏ। ਕਿਸੇ ਨੇ ਸ਼ਿਕਾਇਤ ਕੀਤੀ ਕਿ ਇਸ ਉਜਾੜ ਬਿਆਬਾਨ ਵਿੱਚ ਸਾਡੇ ਕੋਲ ਖਾਣ ਦੇ ਲਈ ਚੰਗਾ ਭੋਜਨ ਨਹੀਂ ਹੈ, ਪੀਣ ਦੇ ਲਈ ਚੰਗਾ ਪਾਣੀ ਨਹੀਂ ਹੈ। ਉਹ ਭੁੱਲ ਗਏ ਕਿ ਕਿਸ ਤਰ੍ਹਾਂ ਖੁਦਾ ਨੇ ਉਹਨਾਂ ਨੂੰ ਇੱਕ ਅਨੋਖੇ ਢੰਗ ਦੇ ਨਾਲ, ਚਮਤਕਾਰੀ ਢੰਗ ਦੇ ਨਾਲ ਲਾਲ ਸਾਗਰ ਪਾਰ ਕਰਵਾਇਆ ਅਤੇ ਉਹਨਾਂ ਲਈ ਮੰਨੇ ਦਾ ਬੰਦੋਬਸਤ ਕੀਤਾ। ਅਸਮਾਨੋਂ ਉਹਨਾਂ ਨੂੰ ਮੰਨਾ ਦਿੱਤਾ ਅਤੇ ਨਾਲ ਹੀ ਨਾਲ ਚਟਾਨ ਦੇ ਵਿੱਚੋਂ ਪੀਣ ਦੇ ਲਈ ਪਾਣੀ ਦਿੱਤਾ ਸੀ। ਹਾਂ ਪਿਆਰਿਓ, ਅੱਜ ਦੇ ਪਹਿਲੇ ਪਾਠ ਦੇ ਉੱਤੇ ਹੁਣ ਅਸੀਂ ਥੋੜਾ ਧਿਆਨ ਕਰੀਏ ਕਿ ਖੁਦਾ ਨੇ ਆਪਣੇ ਲੋਕਾਂ ਦੇ ਪਿਆਰ ਦੇ ਸਦਕੇ ਹੀ ਮੂਸਾ ਨੂੰ ਚੁਣਿਆ, ਮੂਸਾ ਨੂੰ ਬੁਲਾਇਆ ਅਤੇ ਮੂਸਾ ਨੂੰ ਇਸਰਾਇਲੀ ਕੌਮ ਦੇ ਲੋਕਾਂ ਨੂੰ ਬਚਾਉਣ ਦੇ ਲਈ ਮਿਸਰ ਦੇਸ਼ ਦੇ ਵਿੱਚ ਘੱਲਿਆ। ਕਿਉਂਕਿ ਮਿਸਰ ਦੇ ਵਿੱਚ ਇਸਰਾਇਲੀ ਲੋਕਾਂ ਦੇ ਉੱਤੇ ਅਤਿਆਚਾਰ ਹੋ ਰਿਹਾ ਸੀ, ਉਹਨਾਂ ਨੂੰ ਦਬਾਇਆ ਜਾ ਰਿਹਾ ਸੀ, ਉਹਨਾਂ ਨੂੰ ਕੁਚਲਿਆ ਜਾ ਰਿਹਾ ਸੀ। ਤੇ ਖੁਦਾ ਨੇ ਆਪਣਾ ਪਿਆਰ ਦਿਖਾਇਆ, ਮੂਸਾ ਨੂੰ ਇੱਕ ਅਨੋਖੇ ਢੰਗ ਦੇ ਨਾਲ ਬਲ ਦੀ ਝਾੜੀ ਦੇ ਵਿੱਚੋਂ ਬੁਲਾ ਕੇ ਉਸ ਨੂੰ ਮਿਸਰ ਦੇਸ਼ ਦੇ ਵਿੱਚ ਘੱਲਿਆ। ਪਿਆਰਿਓ, ਖੁਦਾ ਦਾ ਇਹ ਅਨੋਖਾ ਪਿਆਰ ਅੱਜ ਸਾਨੂੰ ਇੱਥੇ ਵੇਖਣ ਲਈ ਮਿਲਦਾ ਹੈ। ਪਰ ਅਸੀਂ ਜਾਣਦੇ ਹਾਂ ਕਿ ਇਸਰਾਇਲੀ ਲੋਕਾਂ ਨੇ ਸਮੇਂ-ਸਮੇਂ ਤੇ ਪਾਪ ਕੀਤਾ, ਸਮੇਂ-ਸਮੇਂ ਤੇ ਖੁਦਾ ਦੇ ਪਿਆਰ ਨੂੰ ਠੁਕਰਾਇਆ। ਜਿਸ ਤਰ੍ਹਾਂ ਅਸੀਂ ਗਿਣਤੀ ਦੀ ਪੁਸਤਕ ਦੇ ਵਿੱਚ ਅਸੀਂ ਸੁਣਿਆ ਹੈ ਕਿ ਉਹ ਬੁੜਬੁੜਾਏ, ਖੁਦਾ ਦੇ ਵਿਰੁੱਧ ਬੁੜਬੁੜਾਏ। ਤੇ ਅਸੀਂ ਕੂਸ਼ ਦੇ ਗ੍ਰੰਥ ਵਿੱਚ ਪੜ੍ਹਦੇ ਹਾਂ 32 ਅਧਿਆਏ ਦੇ ਵਿੱਚ ਕਿ ਉਹਨਾਂ ਨੇ ਖੁਦਾ ਦੇ ਪਿਆਰ ਨੂੰ ਇੱਥੋਂ ਤੱਕ ਨਕਾਰ ਦਿੱਤਾ ਕਿ ਉਹਨਾਂ ਨੇ ਸੋਨੇ ਦਾ ਇੱਕ ਵੱਛਾ ਬਣਾ ਕੇ ਉਸ ਦੀ ਪੂਜਾ ਕਰਨੀ ਸ਼ੁਰੂ ਕਰ ਦਿੱਤੀ। ਦੇਖੋ, ਖੁਦਾ ਦਾ ਗੁੱਸਾ ਲੋਕਾਂ ਦੇ ਉੱਤੇ ਭੜਕਿਆ ਜ਼ਰੂਰ। ਤੁਸੀਂ ਜੇਕਰ ਅੱਗੇ ਪੜ੍ਹੋਗੇ 33 ਅਤੇ 34 ਅਧਿਆਏ ਦੇ ਵਿੱਚ ਤੁਸੀਂ ਦੇਖੋਗੇ ਕਿ ਖੁਦਾ ਫਿਰ ਵੀ ਇਸਰਾਇਲੀ ਕੌਮ ਨੂੰ ਪਿਆਰ ਕਰਦਾ ਹੈ, ਫਿਰ ਵੀ ਉਹਨਾਂ ਦੇ ਉਸ ਸਫ਼ਰ ਦੇ ਵਿੱਚ ਉਹਨਾਂ ਦਾ ਮਦਦਗਾਰ ਬਣਦਾ ਹੈ। ਰਾਤ ਦੇ ਵੇਲੇ ਉਹ ਅੱਗ ਦੇ ਖੰਭੇ ਦੇ ਰੂਪ ਵਿੱਚ ਉਹਨਾਂ ਦੀ ਅਗਵਾਈ ਕਰਦਾ ਹੈ ਅਤੇ ਦਿਨ ਦੇ ਵੇਲੇ ਬੱਦਲਾਂ ਦੇ ਰੂਪ ਵਿੱਚ ਉਹਨਾਂ ਦੇ ਉੱਤੇ ਛਾਂ ਕਰਦਾ ਸੀ। ਦੇਖੋ, ਇਹ ਹੈ ਖੁਦਾ ਦਾ ਪਿਆਰ। ਹੁਣ
ਅੱਜ ਇਹਨਾਂ ਪਾਠਾਂ ਦਾ ਸਾਡੇ ਲਈ ਕੀ ਸੰਦੇਸ਼ ਹੈ? ਪਿਆਰਿਓ, ਅਸੀਂ ਰੋਜ਼ਿਆਂ ਦੇ ਸਮੇਂ ਦੇ ਵਿੱਚ ਹਾਂ। ਅੱਜ ਦੀ ਅੰਜੀਲ ਦੇ ਵਿੱਚ ਪ੍ਰਭੂ ਯਿਸੂ ਸਾਨੂੰ ਸਾਫ਼-ਸਾਫ਼ ਲਫ਼ਜ਼ਾਂ ਦੇ ਵਿੱਚ ਸਿਖਾਉਂਦਾ ਹੈ। ਉਹ ਕਹਿੰਦਾ ਹੈ ਕਿ ਪਛਤਾਵਾ ਕਰੋ। ਅੱਜ 2 ਵਾਰੀ ਇਸ ਗੱਲ ਨੂੰ ਪ੍ਰਭੂ ਨੇ ਇਸ ਅੰਜੀਲ ਦੇ ਵਿੱਚ ਦੱਸਿਆ ਹੈ ਕਿ ਪਛਤਾਵਾ ਕਰੋ। ਜੇਕਰ ਤੁਸੀਂ ਪਛਤਾਵਾ ਨਹੀਂ ਕਰੋਗੇ ਤਾਂ ਤੁਸੀਂ ਵੀ ਮਾਰੇ ਜਾਓਗੇ, ਤੁਸੀਂ ਵੀ ਨਾਸ਼ ਹੋ ਜਾਓਗੇ। ਹੁਣ ਅਸੀਂ ਦੇਖਣਾ ਹੈ ਕਿ ਅਸੀਂ ਨਜਾਤ ਪਾਉਣੀ ਹੈ ਕਿ ਅਸੀਂ ਮਰਨਾ ਹੈ। ਜੇਕਰ ਅਸੀਂ ਨਜਾਤ ਪਾਉਣੀ ਹੈ ਤਾਂ ਫਿਰ ਅਸੀਂ ਪਛਤਾਵਾ ਕਰਨਾ ਹੈ, ਆਪਣੇ ਬੁਰੇ ਕੰਮਾਂ ਨੂੰ ਛੱਡਣਾ ਹੈ, ਮਾੜੀਆਂ ਆਦਤਾਂ ਨੂੰ ਤਿਆਗਣਾ ਹੈ। ਅਸੀਂ ਅੱਜ ਉਹਨਾਂ ਵੇਲਿਆਂ ਨੂੰ ਯਾਦ ਕਰੀਏ ਜਦੋਂ ਅਸੀਂ ਖੁਦਾ ਦੇ ਹੁਕਮਾਂ ਨੂੰ ਨਹੀਂ ਮੰਨਿਆ ਹੈ, ਇਮਾਨਦਾਰੀ ਨੂੰ ਹੁਕਮਾਂ ਦੇ ਅਨੁਸਾਰ ਅਸੀਂ ਆਪਣਾ ਜੀਵਨ ਨਹੀਂ ਗੁਜ਼ਾਰਿਆ। ਅਸੀਂ ਉਹਨਾਂ ਮੌਕਿਆਂ ਨੂੰ ਅੱਜ ਯਾਦ ਕਰੀਏ। ਅੱਜ ਦਾ ਇਹ ਦਿਨ ਸਾਨੂੰ, ਇਹ ਪਾਠ ਸਾਨੂੰ ਇਸ ਲਈ ਦਿੱਤੇ ਗਏ ਹਨ। ਸੰਤ ਪੌਲੁਸ ਕਹਿੰਦਾ ਹੈ ਕਿ ਇਹ ਪਾਠ ਸਾਨੂੰ ਇਸ ਲਈ ਦਿੱਤੇ ਗਏ ਹਨ ਤਾਂ ਕਿ ਅਸੀਂ ਇਹਨਾਂ ਪਾਠਾਂ ਤੋਂ ਸਿੱਖ ਲਈਏ, ਸਿੱਖਿਆ ਹਾਸਲ ਕਰਕੇ ਆਪਣੇ ਜੀਵਨ ਨੂੰ ਬਦਲੀਏ। ਹਾਂ ਪਿਆਰਿਓ, ਅੱਜ ਦੀ ਅੰਜੀਲ ਦਾ ਦੂਜਾ ਜਿਹੜਾ ਹਿੱਸਾ ਹੈ ਉਹਦੇ ਵਿੱਚ ਪ੍ਰਭੂ ਯਿਸੂ ਅੱਜ ਇੱਕ ਮਾਲੀ ਦੀ ਉਦਾਹਰਨ ਦਿੰਦਾ ਹੈ, ਜਿਹੜਾ ਇੱਕ ਅੰਜੀਰ ਦੇ ਰੁੱਖ ਦੀ ਦੇਖਭਾਲ ਕਰਦਾ ਹੈ। ਮਾਲਕ ਨੂੰ ਜਦੋਂ ਉਸ ਰੁੱਖ ਤੋਂ ਫਲ ਨਹੀਂ ਮਿਲਿਆ ਤੇ ਉਸਨੇ ਨੌਕਰ ਨੂੰ ਆਖਿਆ ਕਿ ਇਸ ਨੂੰ ਵੱਢ ਦਿਓ, ਇਹ ਕਿਉਂ ਜਗ੍ਹਾ ਘੇਰਦਾ ਹੈ? ਤੇ ਮਾਲੀ ਕਹਿੰਦਾ ਹੈ, ਮਾਲਕ ਇੱਕ ਮੌਕਾ ਹੋਰ ਦਿਓ, ਮੈਂ ਇਸ ਦੀ ਗੋਡੀ ਕਰੂੰਗਾ, ਇਹ 'ਚ ਖਾਦ ਪਾਊਂਗਾ ਅਤੇ ਇਸ ਦੀ ਚੰਗੀ ਦੇਖਭਾਲ ਕਰੂੰਗਾ। ਜੇਕਰ ਇਹ ਫੇਰ ਵੀ ਅਗਲੇ ਸਾਲ ਫਲ ਨਹੀਂ ਦੇਵੇਗਾ, ਜ਼ਰੂਰ ਇਹਨੂੰ ਵੱਢ ਦਿੱਤੀ। ਤੇ ਜਦੋਂ ਮੈਂ ਅੰਜੀਲ ਦਾ ਇਹ ਹਿੱਸਾ ਪੜ੍ਹ ਰਿਹਾ ਸੀ ਤਾਂ ਮੈਨੂੰ ਉਤਪਤ ਦੀ ਪੁਸਤਕ ਉਸ ਦਾ 18ਵਾਂ ਅਧਿਆਇ ਯਾਦ ਆ ਗਿਆ। 18ਵੇਂ ਅਧਿਆਇ ਦੇ ਵਿੱਚ ਅਸੀਂ ਦੇਖਦੇ ਹਾਂ ਕਿ ਅਬਰਾਹਮ ਖੁਦਾ ਦੇ ਨਾਲ ਸਦੋਮ ਅਤੇ ਗਮੋਰਾ ਦੇ ਲਈ ਤਰਲਾ ਮਿੰਨਤ ਕਰ ਰਿਹਾ ਹੈ। ਸਦੋਮ ਅਤੇ ਗਮੋਰਾ ਦੇ ਬਾਰੇ ਤੁਸੀਂ ਪੜ੍ਹਿਆ ਹੈ ਕਿ ਉੱਥੇ ਇੰਨਾ ਪਾਪ ਸੀ ਕਿ ਖੁਦਾ ਨੇ ਫੈਸਲਾ ਕੀਤਾ ਕਿ ਉਹ ਇਸ ਨੂੰ, ਸਦੋਮ ਅਤੇ ਗਮੋਰਾ ਨੂੰ ਨਸ਼ਟ ਕਰ ਦੇਵੇਗਾ। ਤੇ ਅਬਰਾਹਮ ਤਰਲੇ ਮਾਰ ਰਿਹਾ ਹੈ ਕਿ ਪ੍ਰਭੂ ਜੀ, ਜੇਕਰ ਉੱਥੇ 50 ਲੋਕ ਹਨ ਕਿ ਤੂੰ ਫੇਰ ਵੀ ਤਬਾਹ ਕਰ ਦੇਵੇਂਗਾ? ਅਤੇ ਖੁਦਾ ਕਹਿੰਦਾ ਹੈ ਕਿ ਜੇਕਰ ਉੱਥੇ 50 ਹਨ ਤੇ ਮੈਂ ਉਸ ਸ਼ਹਿਰ ਨੂੰ ਗਰਕ ਨਹੀਂ ਕਰਾਂਗਾ, ਨਾਸ਼ ਨਹੀਂ ਕਰਾਂਗਾ। ਤੇ ਅਸੀਂ ਜਾਣਦੇ ਹਾਂ ਕਿ ਉਹ ਤਰਲੇ ਕਰਦਾ 10 ਤੱਕ ਆ ਗਿਆ ਕਿ ਜੇਕਰ 10 ਬੰਦੇ ਹੈਗੇ ਤੇ ਫਿਰ ਵੀ ਨਾਸ਼ ਕਰ ਦੇਗਾ। ਤੇ ਦੇਖੋ ਖੁਦਾ ਸਾਡਾ ਕਿੰਨਾ ਦਇਆਵਾਨ ਹੈ, ਕਿੰਨਾ ਦਿਆਲੂ ਹੈ। ਉਹ ਕਹਿੰਦਾ ਕਿ ਜੇਕਰ 10 ਬੰਦੇ ਵੀ ਹੋਣਗੇ ਤੇ ਮੈਂ ਨਾਸ਼ ਨਹੀਂ ਕਰਾਂਗਾ। ਅੱਗੇ ਫਿਰ ਅਬਰਾਹਮ ਬਹਿਸਬਾਜ਼ੀ ਨਹੀਂ ਕਰਦਾ ਹੈ ਤੇ ਅਸੀਂ ਪੜ੍ਹਦੇ ਹਾਂ, ਲਿਖਿਆ ਹੈ ਕਿ ਖੁਦਾ ਉੱਥੋਂ ਚਲਾ ਜਾਂਦਾ ਹੈ। ਤੇ ਤੁਹਾਨੂੰ ਤੁਹਾਡੀ ਨੌਲੇਜ ਦੇ ਵਾਸਤੇ ਮੈਂ ਦੱਸਣਾ ਚਾਹੁੰਦਾ ਹਾਂ ਕਿ ਉਸ ਸ਼ਹਿਰ ਦੇ ਵਿੱਚ ਸਿਰਫ 4 ਹੀ ਚੰਗੇ ਲੋਕ ਸੀ, ਲੂਤ ਅਤੇ ਉਸ ਦੀ ਪਤਨੀ ਅਤੇ ਉਸ ਦੀਆਂ 2 ਧੀਆਂ। ਤੇ ਫਰਿਸ਼ਤਿਆਂ ਨੇ ਉਹਨਾਂ ਨੂੰ ਸ਼ਹਿਰੋਂ ਬਾਹਰ ਕੱਢ ਦਿੱਤਾ ਅਤੇ ਅਸੀਂ ਜਾਣਦੇ ਹਾਂ ਕਿ ਸਦੋਮ ਅਤੇ ਗਮੋਰਾ ਸ਼ਹਿਰ ਦਾ ਕੀ ਹਾਲ ਹੋਇਆ ਸੀ। ਇਸ ਲਈ ਅੱਜ ਫੈਸਲਾ ਸਾਡੇ ਹੱਥ ਵਿੱਚ ਹੈ। ਸਾਨੂੰ ਵੀ ਮੌਕੇ ਦੇ ਰਿਹਾ ਹੈ ਪ੍ਰਭੂ ਚਾਹੁੰਦਾ ਹੈ ਕਿ ਇਹ ਜੋ ਰੋਜ਼ਿਆਂ ਦਾ ਮੌਕਾ ਸਾਨੂੰ ਮਿਲਿਆ ਹੈ, ਅਸੀਂ ਇਸ ਰੋਜ਼ਿਆਂ ਦੇ ਸਮੇਂ ਦੇ ਵਿੱਚ ਆਪਣੇ ਆਪ ਨੂੰ ਬਦਲ ਲਈਏ, ਅਸੀਂ ਪਛਤਾਵਾ ਕਰੀਏ। ਜੋ ਵੀ ਸਾਡੇ ਕੋਲੋਂ ਪਾਪ ਹੋਏ ਹਨ, ਚਾਹੇ ਕਿੰਨਾ ਵੀ ਵੱਡੇ ਤੋਂ ਵੱਡਾ ਪਾਪ ਕਿਉਂ ਨਾ ਹੋਵੇ, ਖੁਦਾ ਸਾਨੂੰ ਮਾਫ ਕਰੇਗਾ, ਕਿਉਂਕਿ ਉਹ ਦਿਆਲੂ ਖੁਦਾ ਹੈ। ਅਸੀਂ ਜ਼ਬੂਰ 103, ਅੱਜ ਦਾ ਜੋ ਜ਼ਬੂਰ ਹੈ 103, ਉਹਦੇ ਵਿੱਚ ਅਸੀਂ ਪੜ੍ਹਦੇ ਹਾਂ ਕਿ ਖੁਦਾ ਦਿਆਲੂ ਹੈ ਅਤੇ ਉਹ ਦਇਆ ਆਪਣੇ ਭਗਤਾਂ ਦੇ ਉੱਤੇ ਦਇਆ ਕਰਦਾ ਹੈ। ਸੱਚਮੁੱਚ ਪ੍ਰਭੂ ਇਸ ਦੁਨੀਆ ਦੇ ਵਿੱਚ ਇਸ ਲਈ ਆਇਆ ਹੈ ਕਿ ਉਹ ਪਾਪੀਆਂ ਨੂੰ ਬਚਾਵੇ, ਪਾਪੀਆਂ ਦਾ ਬਚਾਓ ਕਰੇ। ਤੇ ਅਸੀਂ ਸਾਰੇ ਪਾਪੀ ਹਾਂ। ਅੱਜ ਅਸੀਂ ਫੈਸਲਾ ਕਰ ਲਈਏ ਕਿ ਅਸੀਂ ਆਪਣੀ ਹਰੇਕ ਮਾੜੀ ਤੋਂ ਮਾੜੀ ਆਦਤ ਜੋ ਸਾਡੇ ਵਿੱਚ ਹੈ, ਜੋ ਵੀ ਅਸੀਂ ਬੀਤੇ ਸਮੇਂ ਵਿੱਚ ਪਾਪ ਕੀਤੇ ਹਨ, ਉਹਨਾਂ ਦੇ ਉੱਤੇ ਪਛਤਾਵਾ ਕਰ ਲਈਏ, ਅਸੀਂ ਚੰਗਾ ਇਤਰਾਫ ਕਰੀਏ ਤੇ ਪ੍ਰਭੂ ਦੇ ਕੋਲੋਂ ਮਾਫੀ ਹਾਸਲ ਕਰੀਏ। ਪ੍ਰਭੂ ਸਾਡੇ ਤੇ ਦਇਆ ਕਰੇਗਾ।
ਜੋਇਲ ਨਬੀ ਦੀ ਪੁਸਤਕ ਦੇ ਵਿੱਚ ਅਸੀਂ ਪੜ੍ਹਦੇ ਹਾਂ ਕਿ ਪ੍ਰਭੂ ਗੁੱਸਾ ਕਰਨ ਦੇ ਵਿੱਚ ਮੱਠਾ ਹੈ ਤੇ ਮਾਫੀ ਦੇਣ ਦੇ ਵਿੱਚ ਉਹ ਅੱਗੇ ਹੈ। ਤੇ ਮੈਨੂੰ ਉਮੀਦ ਹੈ ਕਿ ਤੁਸੀਂ ਸਾਰੇ ਖੁਦਾ ਦੇ ਪੁੱਤਰ ਅਤੇ ਪੁੱਤਰੀਆਂ ਬਣ ਕੇ ਜੀਵਨ ਗੁਜ਼ਾਰਨਾ ਚਾਹੁੰਦੇ ਹੋ। ਜੇਕਰ ਚਾਹੁੰਦੇ ਹੋ ਤਾਂ ਫਿਰ ਅਸੀਂ ਸੱਚਾ ਪਛਤਾਵਾ ਕਰੀਏ। ਅੱਜ ਯਿਸੂ ਦੇ ਨਾਲ ਵਾਅਦਾ ਕਰੀਏ ਕਿ ਪ੍ਰਭੂ ਜੀ ਮੈਨੂੰ ਮੌਕਾ ਦੇ ਦਿਓ। ਉਸ ਮਾਲੀ ਦੇ ਵਾਂਗ ਅਸੀਂ ਵੀ ਆਖੀਏ ਕਿ ਪ੍ਰਭੂ ਜੀ ਇੱਕ ਮੌਕਾ ਮੈਨੂੰ ਹੋਰ ਦੇ ਦਿਓ। ਮੈਂ ਹੁਣ ਚੰਗੀ ਤਰ੍ਹਾਂ ਪ੍ਰਾਰਥਨਾ ਕਰਾਂਗਾ, ਇੱਕ ਚੰਗਾ ਵਧੀਆ ਤੇਰੇ ਹੁਕਮਾਂ ਅਨੁਸਾਰ ਜੀਵਨ ਗੁਜ਼ਾਰਾਂਗਾ ਤੇ ਪ੍ਰਭੂ ਜੀ ਤੂੰ ਮੇਰਾ ਪ੍ਰਭੂ ਅਤੇ ਮੈਂ ਤੇਰਾ ਦਾਸ ਬਣ ਕੇ ਜੀਵਨ ਗੁਜ਼ਾਰਾਂਗਾ। ਖੁਦਾ ਸਾਨੂੰ ਸਾਰਿਆਂ ਨੂੰ ਬਰਕਤ ਦੇਵੇ।